सत श्री अकाल। LDD TV देख रहे दोस्तों, ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਪੰਜਾਬੀ ਸਾਹਿਤ ਦੇ ਵਿੱਚ ਸਵੈ ਜੀਵਨੀਆਂ ਅਤੇ ਸਵੈ ਜੀਵਨੀਕਾਰ ਬਾਬਤ ਗੱਲਬਾਤ ਕਰ ਰਹੇ ਹਾਂ। ਸਵੈ ਜੀਵਨੀ ਕੀ ਹੈ, ਸਵੈ ਜੀਵਨੀ ਦੇ ਪ੍ਰਮੁੱਖ ਲੱਛਣ ਕਿਹੜੇ-ਕਿਹੜੇ ਆ, ਇਹਦੀਆਂ ਵਿਸ਼ੇਸ਼ਤਾਵਾਂ ਕੀ ਆ ਤੇ ਵੱਖ-ਵੱਖ ਵਿਦਵਾਨਾਂ ਦੇ ਕਥਨ ਜਿਹੜੇ ਆਪਾਂ ਕੱਲ ਵਿਚਾਰ ਚੁੱਕੇ ਹਾਂ ਸਵੈ ਜੀਵਨੀ ਦੇ ਪਹਿਲੇ ਲੈਕਚਰ ਦੇ ਵਿੱਚ। ਤੇ ਅੱਜ ਆਪਾਂ ਪੰਜਾਬੀ ਸਵੈ ਜੀਵਨੀਕਾਰ ਤੇ ਪ੍ਰਮੁੱਖ ਪੰਜਾਬੀ ਦੀਆਂ ਜਿਹੜੀਆਂ ਸਵੈ ਜੀਵਨੀਆਂ ਨੇ ਉਹਨਾਂ ਵਿੱਚੋਂ ਕੁਝ ਦੇ ਉੱਪਰ ਵਿਚਾਰ ਕਰਾਂਗੇ। ਇਹ ਲੈਕਚਰ ਬਹੁਤ ਅਹਿਮ ਹੈ ਕਿਉਂਕਿ ਵੱਖ-ਵੱਖ ਪੇਪਰਾਂ ਦੇ ਵਿੱਚ ਸਵੈ ਜੀਵਨੀ ਨਾਲ ਸੰਬੰਧਿਤ ਬਹੁਤ ਸਾਰੇ ਪ੍ਰਸ਼ਨ ਜਿਹੜੇ ਨੇ ਪੁੱਛੇ ਜਾਂਦੇ ਨੇ ਤੇ ਇਹਨਾਂ ਲੈਕਚਰਾਂ ਦੀ ਖਾਸੀਅਤ ਇਹ ਆ ਕਿ ਇੱਥੇ ਆਪਾਂ ਹਵਾਲੇ ਸਹਿਤ ਗੱਲਬਾਤ ਕਰਦੇ ਹਾਂ। ਇਹ ਸਾਰੇ ਦੇ ਸਾਰੇ ਲੈਕਚਰ ਫ੍ਰੀ ਆਫ ਕਾਸਟ ਤੁਹਾਡੇ ਵਾਸਤੇ ਪ੍ਰੋਵਾਈਡ ਹੋ ਰਹੇ ਨੇ। ਤੇ ਅਗਲੀ ਗੱਲ ਕਿ ਤੁਸੀਂ ਬੇਸ਼ੱਕ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋਵੋ, UGC ਨੈਟ ਦੀ ਤਿਆਰੀ ਕਰ ਰਹੇ ਹੋਵੋ, ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹੋਵੋ ਜਾਂ ਮੰਨ ਲਓ ਕਿ ਕਿਸੇ ਵੀ ਤਰ੍ਹਾਂ ਦਾ ਜੌਬ ਓਰੀਐਂਟਡ ਪੇਪਰ ਆ ਉਸ ਦੀ ਤਿਆਰੀ ਦੇ ਵਾਸਤੇ MA ਕਰ ਰਹੇ ਹੋਵੋ ਜਾਂ MPhil ਦੀ ਤਿਆਰੀ ਕਰ ਰਹੇ ਹੋਵੋ ਜਾਂ ਫਿਰ PhD ਕਰਨ ਬਾਰੇ ਵਿਚਾਰ ਤੁਹਾਡੇ ਮਨ ਦੇ ਵਿੱਚ ਉਗਮ ਰਹੇ ਹੋਣ ਤਾਂ ਇਹ ਲੈਕਚਰ ਤੁਹਾਡੇ ਲਈ ਖਾਸ ਤੌਰ ਤੇ ਬਣਾਏ ਜਾ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਜਦੋਂ ਪੰਜਾਬੀ ਸਾਹਿਤ ਦੀ ਸਵੈ ਜੀਵਨੀ ਦੇ ਮੂਲ ਜਿੱਥੋਂ ਮੁੱਢ ਵੱਜਦਾ ਆ ਉਹ ਤੱਥ ਘੋਖਦੇ ਆ ਤਾਂ ਪੰਜਾਬੀ ਦੀ ਸਵੈ ਜੀਵਨੀ ਦਾ ਆਗਾਜ਼ ਸਾਨੂੰ ਸਵੈ ਜੀਵਨੀ ਦੀ ਰੰਗਤ ਮਿਲਣੀ ਸ਼ੁਰੂ ਹੋ ਜਾਂਦੀ ਆ ਬਾਬੇ ਨਾਨਕ ਜੀ ਦੀ ਬਾਣੀ ਦੇ ਵਿੱਚੋਂ। ਬਾਬੇ ਨਾਨਕ ਨੇ 12ਵਾਂ ਤੁਖਾਰੀ ਦੀ ਰਚਨਾ ਕੀਤੀ ਤੇ ਆਪਾਂ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਦੇ ਕਥਨ ਨੂੰ ਪੜ੍ਹਦੇ ਆ ਉਹ ਲਿਖਦੇ ਨੇ ਕਿ 12ਵਾਂ ਵਿੱਚ ਬਾਰ ਦੇ ਇਲਾਕੇ ਦੀ ਸਥਾਨਕ ਰੰਗਣ ਦੀ ਪ੍ਰਤੱਖ ਹੈ। ਠੀਕ ਹੈ ਜੀ। ਤੇ ਨਾਲ ਹੀ ਉਹ ਕਹਿੰਦੇ ਆ ਅਤੇ ਗੁਰੂ ਨਾਨਕ ਦੇਵ ਜੀ ਦੇ ਨਿਜਤਵ ਦੀ ਪੀੜਾ ਵੀ ਉਜਾਗਰ ਹੁੰਦੀ ਹੈ। ਤਾਂ ਇਸ ਕਥਨ ਤੋਂ ਇਹ ਸਿੱਧ ਹੁੰਦਾ ਆ ਕਿ ਸਾਡੀ ਪੰਜਾਬੀ ਦੀ ਸਵੈ ਜੀਵਨੀ ਦਾ ਆਗਾਜ਼ ਜਾਂ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਦੀ ਰੰਗਤ ਵਾਲੀ ਰਚਨਾ ਜਿਹੜੀ ਆ ਉਹ 12ਵਾਂ ਤੁਖਾਰੀ ਆ ਜਿਸ ਦੀ ਰਚਨਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਜੇ ਆਪਾਂ ਹਵਾਲੇ ਦੀ ਗੱਲ ਕਰੀਏ ਤਾਂ ਤੁਸੀਂ ਨੋਟ ਕਰੋ ਕਿਉਂਕਿ ਹਵਾਲੇ ਤੋਂ ਬਿਨਾਂ ਆਪਾਂ ਗੱਲ ਨਹੀਂ ਕਰਦੇ। ਕਿਤਾਬ ਦਾ ਨਾਮ ਹੈਗਾ ਜੀ 12ਵਾਂ ਤੁਖਾਰੀ ਤੇ ਮਾਝ ਬਹੁਪੱਖੀ ਵਿਚਾਰ। ਇਹ ਪੁਸਤਕ ਦਾ ਨਾਮ ਆ। ਪੰਨਾ ਨੰਬਰ 13 ਦੇ ਉੱਪਰ ਇਹ ਕਥਨ ਦਰਜ ਆ ਤੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਦੀ ਇਹ ਰਚਨਾ ਜਿਹੜੀ ਆਪਣੇ ਕੋਲ ਉਪਲਬਧ ਆ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਆਪਾਂ ਅੱਗੇ ਤੁਰਦੇ ਹਾਂ ਦੂਜਾ ਨੁਕਤਾ ਇਹ ਆ ਕਿ ਪੰਜਾਬੀ ਸਾਹਿਤ ਦੀ ਪਹਿਲੀ ਬੀਜ ਰੂਪ ਸਵੈ ਜੀਵਨੀ ਜਿਹੜੀ ਆ ਉਹ ਬਚਿੱਤਰ ਨਾਟਕ ਨੂੰ ਮੰਨਿਆ ਜਾਂਦਾ ਆ। ਤੁਸੀਂ ਆਹ ਵੇਖ ਸਕਦੇ ਹੋ ਬਚਿੱਤਰ ਨਾਟਕ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਆ, ਆਤਮ ਕਥਾ ਮੰਨੀ ਜਾਂਦੀ ਆ। ਠੀਕ ਹੈ ਜੀ। ਤੇ ਇਹ ਸਾਡੇ ਕੋਲ ਪੰਜਾਬੀ ਦੀ ਬੀਜ ਰੂਪ ਸਵੈ ਜੀਵਨੀ ਜਿਹੜੀ ਉਪਲਬਧ ਹੁੰਦੀ ਆ। ਹਾਲਾਂਕਿ ਇਹ ਪੰਜਾਬੀ ਦੀ ਮੌਲਿਕ ਰਚਨਾ ਨਹੀਂ ਮੰਨੀ ਜਾਂਦੀ ਪਰ ਬੀਜ ਰੂਪ ਵਿੱਚ ਸਾਡੇ ਕੋਲ ਇਹ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਮੰਨੀ ਜਾਂਦੀ ਆ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ। ਹੁਣ ਜਦੋਂ ਆਪਾਂ ਆਧੁਨਿਕ ਕਾਲ ਵਿੱਚ ਆਉਂਦੇ ਆ ਕਿਉਂਕਿ ਆਪਾਂ ਮਾਡਰਨ ਪੰਜਾਬੀ ਲਿਟਰੇਚਰ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਸਵੈ ਜੀਵਨੀ ਦੀਆਂ ਜਦੋਂ ਆਗਾਜ਼ ਹੁੰਦਾ ਹੈ ਤਾਂ ਪੰਜਾਬੀ ਦੀ ਪਹਿਲੀ ਅਨੁਵਾਦਿਤ ਸਵੈ ਜੀਵਨੀ ਬਾਰੇ ਆਪਾਂ ਕੱਲ ਵੀ ਗੱਲ ਕੀਤੀ ਸੀ, ਸਤ ਦੀ ਪ੍ਰਾਪਤੀ ਦੇ ਯਤਨ, ਜਿਹਦਾ ਜਿਹੜੀ ਮੂਲ ਸਵੈ ਜੀਵਨੀ ਆ ਉਹ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੂਥ। ਇਹਦਾ ਲੇਖਕ ਮਹਾਤਮਾ ਗਾਂਧੀ ਆ। ਇਹਨੂੰ ਅਨੁਵਾਦ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਫੈਸਰ ਨਰਿੰਜਨ ਸਿੰਘ ਨੇ ਕੀਤਾ ਸੀ ਸੰਨ 1928 ਦੇ ਵਿੱਚ। ਇਹ ਬਹੁਤ ਅਹਿਮ ਜਾਣਕਾਰੀ ਆ ਕਿਉਂਕਿ ਪੰਜਾਬੀ ਦੀ ਪਹਿਲੀ ਅਨੁਵਾਦਿਤ ਸਵੈ ਜੀਵਨੀ ਇਹਨੂੰ ਮੰਨਿਆ ਜਾਂਦਾ। ਪਰ ਇੱਥੇ ਇੱਕ ਨੁਕਤਾ ਯਾਦ ਰੱਖਿਓ, ਇਹ ਕਿਸੇ ਗੈਰ ਪੰਜਾਬੀ ਦੀ ਸਵੈ ਜੀਵਨੀ ਨੂੰ ਅਨੁਵਾਦ ਕਰਕੇ ਪੰਜਾਬੀ ਦੇ ਵਿੱਚ ਇਹਦੀ ਪ੍ਰਮੁੱਖਤਾ ਨੂੰ ਹਾਸਲ ਕੀਤਾ ਗਿਆ ਆ। ਪਰ ਜਦੋਂ ਆਪਾਂ ਅੱਗੇ ਤੁਰਦੇ ਹਾਂ ਪੰਜਾਬੀ ਸਾਹਿਤ ਦੀ ਪਹਿਲੀ ਆਧੁਨਿਕ ਕਾਲ ਦੀ ਅੰਸ਼ਕ ਸਵੈ ਜੀਵਨੀ ਦੀ ਗੱਲ ਆਉਂਦੀ ਆ ਤਾਂ ਉਦੋਂ ਮੇਰੀ ਦੁਨੀਆ ਲੇਖਕ ਹੈਗੇ ਨੇ ਸਵੈ ਜੀਵਨੀਕਾਰ ਨਾਨਕ ਸਿੰਘ ਨਾਵਲਕਾਰ। ਠੀਕ ਹੈ ਜੀ। ਸੰਨ 1949 ਈਸਵੀ ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਤੇ ਇਹਨੂੰ ਅੰਸ਼ਕ ਸਵੈ ਜੀਵਨੀ ਮੰਨਿਆ ਜਾਂਦਾ। ਇਹਦੇ ਬਾਰੇ ਆਪਾਂ ਗੱਲ ਅਗਾਂਹ ਜਾ ਕੇ ਕਰਾਂਗੇ ਕਿਉਂ ਮੰਨਿਆ ਜਾਂਦਾ। ਪਰ ਤੁਸੀਂ ਨੋਟ ਕਰ ਲਵੋ ਇਹ ਪੰਜਾਬੀ ਦੀ ਪਹਿਲੀ ਅੰਸ਼ਕ ਸਵੈ ਜੀਵਨੀ ਮੰਨੀ ਜਾਂਦੀ ਆ ਮੇਰੀ ਦੁਨੀਆ
ਨਾਨਕ ਸਿੰਘ ਦੀ ਰਚਨਾ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ। ਸਾਡੇ ਕੋਲ ਅਗਲਾ ਨੁਕਤਾ ਆ ਜੀ, ਪੰਜਾਬੀ ਸਾਹਿਤ ਵਿੱਚ ਪੰਜਾਬੀ ਲੇਖਕ ਦੀ ਅਨੁਵਾਦਿਤ ਪਹਿਲੀ ਸਵੈ ਜੀਵਨੀ ਸਾਡੇ ਕੋਲ ਹੈ ਜ਼ਿੰਦਗੀ ਦੇ ਰਾਹਾਂ ਤੇ। ਇਹ ਪੰਜਾਬੀ ਦੀ ਦਰਅਸਲ ਪਹਿਲੀ ਸਵੈ ਜੀਵਨੀ ਮੰਨੀ ਜਾ ਸਕਦੀ ਆ, ਪਰ ਇਹਦੇ ਮੂਲ ਲੇਖਕ ਪ੍ਰੋਫੈਸਰ ਪੂਰਨ ਸਿੰਘ, ਉਹਨੇ ਇਹ ਰਚਨਾ ਜਿਹੜੀ ਆ ਅੰਗਰੇਜ਼ੀ ਦੇ ਵਿੱਚ ਲਿਖੀ ਸੀ। ਅੰਗਰੇਜ਼ੀ ਦੇ ਵਿੱਚ ਇਸ ਸਵੈ ਜੀਵਨੀ ਦਾ ਨਾਮ ਹੈਗਾ ਆ ਔਨ ਪਾਥਸ ਆਫ ਲਾਈਫ। 1927 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ, ਪਰ ਅੰਗਰੇਜ਼ੀ ਵਿੱਚ ਸੀ, ਜਿਹਦਾ ਅਨੁਵਾਦ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਕੀਤਾ ਗਿਆ ਸੀ। ਇਹ ਛਪੀ ਲੇਟ, ਇਸ ਕਰਕੇ ਇਹਨੂੰ ਪਹਿਲੀ ਪ੍ਰੋਪਰ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਆਧੁਨਿਕ ਪੰਜਾਬੀ ਸਾਹਿਤ ਵਿੱਚ ਪੰਜਾਬੀ ਲੇਖਕ ਦੀ ਅਨੁਵਾਦਿਤ ਪਹਿਲੀ ਸਵੈ ਜੀਵਨੀ ਇਹਨੂੰ ਕਿਹਾ ਜਾ ਸਕਦਾ ਆ। ਠੀਕ ਹੈ ਜੀ। ਤੇ ਕਿਉਂਕਿ ਵੱਡੀ ਗੱਲ ਕੀ ਆ ਕਿ ਪ੍ਰੋਫੈਸਰ ਪੂਰਨ ਸਿੰਘ ਨੇ ਸ਼ੁੱਧ ਸਾਹਿਤਕ ਸਵੈ ਜੀਵਨੀ ਦੀ ਪ੍ਰਵਿਰਤੀ ਨੂੰ ਚਲਾਇਆ ਸੀਗਾ ਸਭ ਤੋਂ ਪਹਿਲਾਂ ਪੰਜਾਬੀ ਲਿਟਰੇਚਰ ਦੇ ਵਿੱਚ। ਹਾਲਾਂਕਿ ਭਾਈ ਵੀਰ ਸਿੰਘ ਜਿਹੜੇ ਨੇ, ਉਹਨਾਂ ਦੇ ਸਮੇਂ ਦੇ ਵਿੱਚ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਸਵੈ ਜੀਵਨੀ ਰਚ ਦਿੱਤੀ ਸੀ, ਲਿਖ ਦਿੱਤੀ ਸੀ, ਪਰ ਪਹਿਲੇ ਇਹ ਅੰਗਰੇਜ਼ੀ ਵਿੱਚ ਲਿਖੀ ਹੋਣ ਕਰਕੇ ਇਹਨੂੰ ਆਪਾਂ ਸ਼ੁੱਧ ਪੰਜਾਬੀ ਦੀ ਜਾਂ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਦਾ ਪ੍ਰੋਪਰ ਨਾਂ ਨਹੀਂ ਦੇ ਸਕਦੇ। ਠੀਕ ਹੈ ਜੀ, ਅੱਗੇ ਤੁਰੋ। ਇਹ ਜਿਹੜੀ ਪ੍ਰਕਾਸ਼ਨ ਹੋਈ ਆ ਜਾਂ ਇਹ ਸਵੈ ਜੀਵਨੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਹੜੀ ਅਨੁਵਾਦ ਕੀਤੀ ਆ ਜ਼ਿੰਦਗੀ ਦੇ ਰਾਹਾਂ ਤੇ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਸੀਗੀ, ਪ੍ਰਕਾਸ਼ਿਤ ਕੀਤੀ ਸੀ। ਸ਼ੈਲੀ, ਸੋਹਜ ਤੇ ਕਲਾਮਈ ਗੁਣਾਂ ਨਾਲ ਇਹ ਭਰਪੂਰ ਸਵੈ ਜੀਵਨੀ ਆ। ਅੰਸ਼ਿਕ ਸਵੈ ਜੀਵਨੀ ਵੀ ਇਹਨੂੰ ਵੱਖ-ਵੱਖ ਵਿਦਵਾਨਾਂ ਨੇ ਕਿਹਾ ਆ। ਤੇ ਇਸ 'ਚ ਪੂਰਨ ਸਿੰਘ ਵੱਲੋਂ ਜਾਪਾਨ ਦੇ ਵਿੱਚ ਬਿਤਾਏ ਜੀਵਨ ਕਾਲ ਦੇ ਅਨੁਭਵ ਪੇਸ਼ ਕੀਤੇ ਗਏ ਆ। ਅੰਤਰਰਾਸ਼ਟਰੀ ਚੇਤਨਾ ਤੇ ਵਿਸ਼ਾਲ ਮਾਨਵਵਾਦੀ ਦ੍ਰਿਸ਼ਟੀਕੋਣ ਦਾ ਪਰਿਚੈ ਇਸ ਦੇ ਵਿੱਚ ਹੁੰਦਾ ਆ। ਮਤਲਬ ਸਾਡੀ ਜਾਣ ਪਛਾਣ ਅੰਤਰਰਾਸ਼ਟਰੀ ਚੇਤਨਾ ਦੇ ਨਾਲ ਬਣਦੀ ਆ। ਇਸ ਸਵੈ ਜੀਵਨੀ ਦਾ ਆਧਾਰ ਪੂਰਨ ਸਿੰਘ ਦੇ ਸੰਸਮਰਣ ਮਤਲਬ ਯਾਦਾਂ ਬਣਦੀਆਂ ਨੇ। ਉਹ ਆਪਣੀਆਂ ਯਾਦਾਂ ਨੂੰ ਸੋਚ-ਸੋਚ ਕੇ ਆਪਣੇ ਪਿਛੋਕੜ ਨੂੰ ਯਾਦ ਕਰਦਾ ਕਿਤੇ ਇਹ ਨਹੀਂ ਮਹਿਸੂਸ ਹੁੰਦਾ ਕਿ ਉਹ ਪਿਛੋਕੜ ਦੇ ਵੱਖਰੀਆਂ ਗੱਲਾਂ ਕਰਦਾ ਆ। ਇਉਂ ਲੱਗਦਾ ਹੈ ਕਿ ਉਹਦਾ ਆਪਾ ਜੋ ਬੀਤਿਆ ਹੋਇਆ ਨਾ, ਉਹ ਵੀ ਵਰਤਮਾਨ ਦੇ ਵਿੱਚ ਚੱਲ ਰਿਹਾ। ਉਹ ਇੰਨੀ ਸੋਹਣੀ ਸ਼ੈਲੀ ਦੇ ਵਿੱਚ ਇਸ ਸਵੈ ਜੀਵਨੀ ਨੂੰ ਸਿਰਜਦਾ ਆ। ਤੇ ਜਾਪਾਨ ਵਾਸ ਵੇਲੇ ਪ੍ਰੋਫੈਸਰ ਪੂਰਨ ਸਿੰਘ ਸਵਾਮੀ ਰਾਮ ਤੀਰਥ ਤੋਂ ਬਹੁਤ ਮੁਤਾਸਰ ਹੋਏ ਸੀ। ਮੁਤਾਸਰ ਮਤਲਬ ਪ੍ਰਭਾਵਿਤ ਹੋਏ ਸੀਗੇ। ਤੇ 1909 'ਚ ਸਵਾਮੀ ਰਾਮ ਤੀਰਥ ਜੀ ਜਦੋਂ ਪਰਲੋਕ ਗਮਨ ਹੋ ਗਏ ਤਾਂ ਇਹਨਾਂ ਨੇ ਪਹਿਲਾਂ ਸਵਾਮੀ ਰਾਮ ਤੀਰਥ ਜੀ ਦੀ ਜੀਵਨੀ ਲਿਖੀ, ਸਟੋਰੀ ਆਫ ਸਵਾਮੀ ਰਾਮ। ਉਹ ਜੀਵਨੀ ਲਿਖਣ ਤੋਂ ਬਾਅਦ ਆਪਣੀ ਸਵੈ ਜੀਵਨੀ ਦੀ ਰਚਨਾ ਇਹਨਾਂ ਨੇ ਕੀਤੀ ਸੀਗੀ। ਠੀਕ ਹੈ ਜੀ। ਇਹ ਸਵਾਲ ਆ ਸਕਦਾ ਹੈ ਕਿ ਆਪਣੀ ਸਵੈ ਜੀਵਨੀ ਲਿਖਣ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹੜੀ ਜੀਵਨੀ ਲਿਖੀ? ਤਾਂ ਨੋਟ ਕਰੋ, ਸਟੋਰੀ ਆਫ ਸਵਾਮੀ ਰਾਮ। ਇਹ ਰਾਮ ਤੀਰਥ ਜੀ ਨਾਲ ਸੰਬੰਧਿਤ ਉਹਨਾਂ ਦੀ ਜੀਵਨੀ ਸੀਗੀ। ਇਸ 'ਚ ਬੌਧਿਕ ਗਿਣਤੀਆਂ ਮਿਣਤੀਆਂ ਦੀ ਬਜਾਏ ਉਹਦੀ ਆਪਣੀ ਸਵੈ ਜੀਵਨੀ ਦੇ ਵਿੱਚ ਬੌਧਿਕ ਗਿਣਤੀਆਂ ਮਿਣਤੀਆਂ ਬਹੁਤੀਆਂ ਨਹੀਂ ਹੈਗੀਆਂ। ਜ਼ਿੰਦਗੀ ਦੇ ਅਤ ਰਾਂਗਲੇ ਤੇ ਭਾਵਨਾਵਾਂ ਭਰੇ ਭੂਤ ਨੂੰ ਯਾਦ ਸ਼ਕਤੀ ਦੇ ਸਹਾਰੇ ਪੇਸ਼ ਕੀਤਾ ਗਿਆ ਹੈ। ਠੀਕ ਹੈ ਜੀ, ਬਹੁਤ ਅਹਿਮ ਨੁਕਤਾ ਆ, ਇਹ ਤੁਸੀਂ ਨੋਟ ਕਰ ਲਵੋ। ਲੇਖਕ ਨੇ ਆਪਣੇ ਦਿਲ ਨੂੰ ਬਹਿਲਾਉਣ ਲਈ ਬੀਤੇ ਦੇ ਲੇਖੇ ਜੋਖੇ ਨੂੰ ਕਲਮਬੰਦ ਕਰਨ ਲਈ ਬਿਨਾਂ ਕਿਸੇ ਵਾਧੂ ਉਪਦੇਸ਼ ਜਾਂ ਪ੍ਰਚਾਰ ਦੇ ਨਾਲ ਬੋਝਲ ਕੀਤਿਆਂ, ਮਤਲਬ ਕਿ ਬੋਝ ਨਹੀਂ ਪਾਉਂਦਾ, ਉਹ ਬਹੁਤੇ ਵੱਡੇ ਉਪਦੇਸ਼ ਨਹੀਂ ਸੁਣਾਉਂਦਾ, ਜਿਸ 'ਚ ਨਾ ਕਿਸੇ ਸਿਧਾਂਤ ਦੀ ਵਿਆਖਿਆ ਕੀਤੀ, ਨਾ ਹੀ ਕਿਸੇ ਸਮਕਾਲੀ ਲਹਿਰ ਨਾਲ ਆਪਣੇ ਆਪ ਨੂੰ ਜੋੜਨ ਦੀ ਚੁਸਤੀ ਦਿਖਾਈ ਆ। ਇਹ ਸਵੈ ਜੀਵਨੀ ਉਸਦੇ ਆਪੇ ਦੀ ਪੇਸ਼ਕਾਰੀ ਆ। ਉਹਨੇ ਵਾਧੂ ਕਿਸੇ ਤਰ੍ਹਾਂ ਦੀ ਬੋਝਲ ਸ਼ਬਦਾਵਲੀ, ਬਹੁਤੀਆਂ ਲਹਿਰਾਂ ਦੀ ਗੱਲ ਨਹੀਂ ਕੀਤੀ। ਜੋ ਉਹਦੀਆਂ ਭਾਵਨਾਵਾਂ ਸੀ ਉਹ ਇਹਦੇ ਵਿੱਚ ਪ੍ਰਸਤੁਤ ਹੋਈਆਂ ਨੇ, ਪੇਸ਼ ਹੋਈਆਂ ਨੇ। ਲੇਖਕ ਨੇ ਆਪਣੇ ਚੰਗੇ ਮਾੜੇ ਸਾਰੇ ਪੱਖ ਜਿਹੜੇ ਨੇ ਇਸ ਦੇ ਵਿੱਚ ਦੱਸੇ ਹੈਗੇ ਆ। ਤੇ ਸ਼੍ਰੀਮਤੀ ਮਾਇਆ ਦੇਵੀ ਜਿਹੜੀ ਆ ਉਹ ਪ੍ਰੋਫੈਸਰ ਪੂਰਨ ਸਿੰਘ ਦੀ ਪਤਨੀ ਦਾ ਨਾਂ ਆ। ਸ਼੍ਰੀਮਤੀ ਮਾਇਆ ਪੂਰਨ ਸਿੰਘ ਨੇ ਸਵਾਮੀ ਪੂਰਨ ਸਿੰਘ ਦੀ ਜੀਵਨੀ, ਪੂਰਨ ਸਿੰਘ ਜੀਵਨ ਤੇ ਕਵਿਤਾ, ਪੰਨਾ ਨੰਬਰ 25 ਤੋਂ 128 ਦੇ ਅਨੁਸਾਰ ਰਚੀ ਹੈ। ਇਹ ਉਹਨਾਂ ਨੇ ਆਪਣੇ ਪਤੀ ਦੀ ਜੀਵਨੀ ਰਚੀ ਸੀਗੀ। ਹੁਣ ਇੱਥੇ ਗੱਲ ਕਰਨ ਦਾ ਕਾਰਨ ਕੀ ਆ, ਨੋਟ ਕਰੋ।
ਇਹ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦੀ ਪੂਰਕ ਰਚਨਾ ਆ। ਮਤਲਬ ਕਿ ਜਿਵੇਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਸਵੈ ਜੀਵਨੀ ਰਚੀ ਆ, ਉਸੇ ਆਧਾਰ ਤੇ ਹੀ ਉਹਨਾਂ ਦੀ ਪਤਨੀ ਨੇ ਉਹਨਾਂ ਦੀ ਜੀਵਨੀ ਜਿਹੜੀ ਆ ਉਹ ਲਿਖ ਦਿੱਤੀ ਆ। ਤੇ ਸ਼੍ਰੀਮਤੀ ਮਾਇਆ ਦੇਵੀ ਪੂਰਨ ਸਿੰਘ ਦੀ ਪਤਨੀ ਸਹਾਇਕ ਨਰਸ, ਅਨਿਨ ਭਗਤ, ਪਾਠਕ ਅਤੇ ਸ਼ਰਧਾਵਾਨ ਸੀ। ਇਸ ਕਰਕੇ ਉਹਨਾਂ ਦੀ ਇਹ ਜਿਹੜੀ ਜੀਵਨੀ ਆ ਉਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੂਬਹੂ ਨਜ਼ਰ ਆਉਂਦੇ ਨੇ। ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਖਾਸ ਯਤਨ ਕਰਕੇ ਉਹਨਾਂ ਦੀ ਪਤਨੀ ਨੂੰ ਪ੍ਰੇਰਨਾ ਦੇ ਕੇ ਸ਼੍ਰੀਮਤੀ ਮਾਇਆ ਦੇਵੀ ਜੀ ਦੀ ਡੈਥ ਤੋਂ ਕੁਝ ਸਮਾਂ ਪਹਿਲਾਂ ਇਹ ਜੀਵਨੀ ਉਹਨਾਂ ਕੋਲੋਂ ਲਿਖਵਾਈ ਸੀ। ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਆ ਉਹ ਬੜਾ ਵੱਡਾ ਵਿਦਵਾਨ ਸੀ ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਉਹਨਾਂ ਦੀ ਬੜੀ ਕਦਰ ਕਰਦੇ ਸੀ। ਪੰਜਾਬੀ ਸਾਹਿਤ ਦੀ ਪਹਿਲੀ, ਜੇ ਆਪਾਂ ਅਗਲਾ ਨੁਕਤਾ ਵੇਖੀਏ ਤਾਂ ਪੰਜਾਬੀ ਸਾਹਿਤ ਦੀ ਪਹਿਲੀ ਮੌਲਿਕ ਤੇ ਸੰਪੂਰਨ ਸ਼ੁੱਧ ਸਵੈ ਜੀਵਨੀ ਜਿਹੜੀ ਆ ਉਹ ਆਰਸੀ ਮੰਨੀ ਜਾਂਦੀ ਆ ਤੇ ਜਿਹਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਸੀ। ਇਹਦੇ ਬਾਰੇ ਆਪਾਂ ਗੱਲ ਕੱਲ ਕਰ ਚੁੱਕੇ ਹਾਂ ਵਿਸਥਾਰ ਦੇ ਵਿੱਚ, ਉਹ ਤੁਸੀਂ ਪਹਿਲਾ ਲੈਕਚਰ ਸੁਣ ਸਕਦੇ ਹੋ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਸੁਣਿਆ। ਜਿਨ੍ਹਾਂ ਨੇ ਸੁਣਿਆ ਆ ਉਹ ਇਸ ਨੂੰ ਅੱਗੇ ਕੰਟੀਨਿਊ ਕਰਨ ਤੇ ਆਪਣੀ ਯਾਦ ਸ਼ਕਤੀ ਦੇ ਵਿੱਚ ਕੱਲ ਵਾਲੀਆਂ ਗੱਲਾਂ ਵੀ ਨਾਲੋਂ ਨਾਲ ਯਾਦ ਕਰਦੇ ਜਾਣ। ਮੇਰੀ ਦੁਨੀਆ ਦੀ ਗੱਲ ਆਪਾਂ ਕਰਨੀ ਸੀ ਕਿਉਂਕਿ ਇਹ ਇੱਕ ਅੰਸ਼ਕ ਸਵੈ ਜੀਵਨੀ ਦੇ ਤੌਰ ਤੇ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਮੰਨੀ ਜਾਂਦੀ ਆ, ਪਰ ਆਪਾਂ ਵਿਸਥਾਰ ਦੇ ਵਿੱਚ ਹੁਣ ਗੱਲ ਕਰਦੇ ਹਾਂ। ਮੇਰੀ ਦੁਨੀਆ ਲੇਖਕ ਜਾਂ ਸਵੈ ਜੀਵਨੀਕਾਰ ਨਾਨਕ ਸਿੰਘ ਨਾਵਲਕਾਰ ਆ ਤੇ ਇਹਦਾ ਪ੍ਰਕਾਸ਼ਨਾ ਸਨ 1959 ਈਸਵੀ ਮੰਨਿਆ ਜਾਂਦਾ ਆ। ਹੁਣ ਆਰਸੀ ਤੋਂ ਪਹਿਲਾਂ ਇਹ ਪ੍ਰਕਾਸ਼ਿਤ ਹੋਈ, ਪਰ ਸੰਪੂਰਨ ਤੇ ਸ਼ੁੱਧ ਪਹਿਲੀ ਪੰਜਾਬੀ ਦੀ ਸਵੈ ਜੀਵਨੀ ਆਰਸੀ ਹੀ ਆ। ਉਹਦਾ ਕਾਰਨ ਆਪਾਂ ਇੱਥੇ ਹੁਣ ਲੱਭਣਾ ਆ ਇਸ ਚਰਚਾ ਦੇ ਵਿੱਚ। ਠੀਕ ਹੈ ਜੀ। ਨਾਨਕ ਸਿੰਘ ਦੇ ਮੁੱਢਲੇ ਜੀਵਨ ਦੀ ਜਾਣਕਾਰੀ ਇਸ ਸਵੈ ਜੀਵਨੀ ਦੇ ਵਿੱਚੋਂ ਮਿਲਦੀ ਆ। ਇਸ ਚੋਂ ਨਾਨਕ ਸਿੰਘ ਦੇ ਸਮਕਾਲੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀ ਬਾਰੇ ਵੀ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਆ। ਨਾਨਕ ਸਿੰਘ ਦੇ ਜੀਵਨ ਆਚਰਣ ਦੇ ਹੂਬਹੂ ਦਰਸ਼ਨ ਇਸ ਸਵੈ ਜੀਵਨੀ ਦੇ ਵਿੱਚੋਂ ਸਾਨੂੰ ਹੁੰਦੇ ਨੇ ਤੇ ਨਾਨਕ ਸਿੰਘ ਦੀਆਂ ਨਾਵਲੀ ਰਚਨਾਵਾਂ ਨੂੰ ਸਹੀ ਰੂਪ ਵਿੱਚ ਸਮਝਣ ਵਾਸਤੇ ਇਹ ਸਵੈ ਜੀਵਨੀ ਸਾਡੇ ਲਈ ਬੜੀ ਲਾਭਦਾਇਕ ਆ, ਪਰ ਇਹ ਪੂਰੀ ਤਰ੍ਹਾਂ ਸਵੈ ਜੀਵਨੀ ਨਹੀਂ ਮੰਨੀ ਜਾ ਸਕਦੀ। ਪੁਆਇੰਟ ਨੋਟ ਕਰਨ, ਇਹ ਪੂਰੀ ਤਰ੍ਹਾਂ ਸਵੈ ਜੀਵਨੀ ਨਹੀਂ ਮੰਨੀ ਜਾ ਸਕਦੀ। ਕਿਉਂਕਿ ਇਸ ਵਿੱਚ ਲੇਖਕ ਜੀਵਨੀ ਨਾਲ ਸੰਬੰਧਿਤ ਘਟਨਾਵਾਂ ਨੂੰ ਕਿਸੇ ਕਾਰ ਕਰਮ ਅਨੁਸਾਰ ਨਹੀਂ, ਸਗੋਂ ਵੱਖ-ਵੱਖ ਸਮੇਂ ਲਿਖੇ ਲੇਖਾਂ ਰਾਹੀਂ ਕੁਝ ਪੱਖਾਂ ਦੀ ਗੱਲ ਕਰਦਾ ਹੈ। ਇਸ ਕਰਕੇ ਇਹ ਸ਼ੁੱਧ ਜਾਂ ਸੰਪੂਰਨ ਜਾਂ ਪੂਰੀ ਸਵੈ ਜੀਵਨੀ ਨਹੀਂ ਮੰਨੀ ਜਾ ਸਕਦੀ। ਅੱਗੇ ਤੁਰੋ। ਲੇਖਕ ਦਾ ਬਚਪਨ, ਉਸ ਦੀ ਜਵਾਨੀ ਦੇ ਦਿਨ, ਪਿਤਾ ਦੀ ਮੌਤ, ਮਾਂ ਦੀ ਲੰਮੀ ਬਿਮਾਰੀ, ਗ੍ਰਹਿਸਤੀ ਮਤਲਬ ਗ੍ਰਹਿਸਤ ਜੀਵਨ, ਵਿਆਹ ਦੀ ਜਿਹੜਾ ਜੀਵਨ ਸੀ ਤੇ ਦੁਨੀਆਦਾਰੀ ਦੇ ਝਮੇਲੇ, ਸਭ ਹਾਲਾਤ ਤਾਂ ਮਿਲਦੇ ਹਨ ਪਰ ਉਸ ਤੋਂ ਪਿਛਲੇ ਹਾਲਾਤ ਬਾਰੇ ਕੋਈ ਬੱਝਵਾਂ ਵੇਰਵਾ ਸਾਨੂੰ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਇਹ ਸਵੈ ਜੀਵਨੀ ਪੰਜਾਬੀ ਦੀ ਪਹਿਲੀ ਸ਼ੁੱਧ ਸੰਪੂਰਨ ਸਵੈ ਜੀਵਨੀ ਨਹੀਂ ਮੰਨੀ ਜਾਂਦੀ। ਅਗਲਾ ਨੁਕਤਾ, ਹੁਣ ਕੁਝ ਗੱਲਾਂ ਸਵੈ ਜੀਵਨੀ ਬਾਰੇ ਹੋਰ ਕਰ ਲਈਏ। ਮੇਰੀ ਦੁਨੀਆ ਵਿੱਚ ਨਾਨਕ ਸਿੰਘ ਨੇ ਆਪਣੇ ਪਾਠਕਾਂ ਨੂੰ ਪ੍ਰਵੇਸ਼ ਤਾਂ ਕਰਵਾਇਆ ਹੈ, ਪਰ ਉਹਨਾਂ ਜਿੰਨਾ ਕੁ ਪਾਠਕ ਉਸ ਨੂੰ ਉਸਦੇ ਨਾਵਲਾਂ ਦੇ ਗੰਭੀਰ ਪਾਠ ਵਿੱਚੋਂ ਵੀ ਜਾਣ ਸਕਦੇ ਹਨ। ਮਤਲਬ ਕਿ ਉਹਨੇ ਉਨੀ ਸਵੈ ਜੀਵਨੀ ਲਿਖੀ ਹੈ ਜਿੰਨੀ ਕੁ ਉਹਦੇ ਨਾਵਲਾਂ ਦੀਆਂ ਭੂਮਿਕਾਵਾਂ ਦੇ ਵਿੱਚੋਂ, ਉਹਦੇ ਫੁਟਕਲ ਲੇਖਾਂ ਦੇ ਵਿੱਚੋਂ ਉਹਨੂੰ ਜਾਣਿਆ ਜਾ ਸਕਦਾ ਸੀ। ਬਹੁਤਾ ਕੁਝ ਉਹ ਆਪਣੀ ਸਵੈ ਜੀਵਨੀ ਦੇ ਵਿੱਚ ਸਾਰਥਕਤਾ ਨਾਲ ਗੱਲ ਨਹੀਂ ਕਰ ਸਕਿਆ ਤੇ ਸਵੈ ਜੀਵਨੀ ਦੇ ਜੋ ਨਿਯਮ ਹੁੰਦੇ ਨੇ, ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਲੱਛਣ ਹੁੰਦੇ ਨੇ, ਉਹਨਾਂ ਦੇ ਅਨੁਸਾਰ ਆਪਣੀ ਰਚਨਾ ਨਹੀਂ ਸਿਰਜ ਸਕਿਆ। ਨਾਨਕ ਸਿੰਘ ਨੇ ਆਪਣੇ ਚੰਗੇ ਮਾੜੇ ਸਾਰੇ ਗੁਣ ਦੱਸੇ ਆ, ਜਿਵੇਂ ਚੜ੍ਹਦੀ ਜਵਾਨੀ 'ਚ ਉਸ ਦੀ ਨਸ਼ਿਆਂ ਦੀ ਆਦਤ ਬਾਰੇ ਗੱਲ ਕੀਤੀ ਆ, ਅਲੜ ਪਿਆਰ ਬਾਰੇ ਗੱਲ ਕੀਤੀ ਆ, ਕੁਸੰਗਤ ਬਾਰੇ ਵੀ ਉਹਨੇ ਗੱਲ ਕੀਤੀ ਆ, ਫਿਰਕਾ ਪ੍ਰਸਤੀ ਦੀ ਭਾਵਨਾ ਆਦਿ ਜਿਹੜੀਆਂ ਨੇ ਉਹਨੇ ਆਪਣੀਆਂ ਭੈੜਾਂ ਆਪਣੀ ਸਵੈ ਜੀਵਨੀ ਦੇ ਵਿੱਚ ਦੱਸੀਆਂ ਨੇ। ਇਸ ਤੋਂ ਇਲਾਵਾ ਘਰ ਦੀ ਗਰੀਬੀ ਦੀ ਗੱਲ, ਆਪਣੀ ਕਮ ਅਕਲੀ ਦੀਆਂ ਗੱਲਾਂ ਤੇ ਆਪਣੀ ਸੰਤਾਨ ਦੇ ਕੁਝ ਔਗੁਣਾਂ ਦੀਆਂ ਗੱਲਾਂ ਦਾ ਗਿਆਨ ਵੀ ਉਹਦੀ ਇਸ ਸਵੈ ਜੀਵਨੀ ਦੇ ਵਿੱਚੋਂ ਸਾਨੂੰ ਮਿਲਦੇ ਆ। ਨਾਨਕ ਸਿੰਘ ਦੇ ਰਚਨਾ ਸੰਸਾਰ ਨੂੰ ਜੇ ਆਪਾਂ ਸਮਝਣਾ ਹੋਵੇ ਤਾਂ ਨੋਟ ਕਰੋ
क्योंकि नानक सिंह ਦਾ ਰਚਨਾ ਸੰਸਾਰ ਬਹੁਤ ਵੱਡਾ ਆ। बड़े नावल लिखे ने, कहानियां लिखियां ने, उन्होंने विच उन्हां दी स्वै जीवनी का जिक्र भी बड़ा महत्वपूर्ण है। नानक सिंह की वार्तकता का अध्ययन करन लगियां सानू ख्याल रखना पऊगा कि प्रमुख सानू 3 स्रोत मिलते हैं फुटकल लेखां नूं छड्ड के। मेरी दुनिया उन्हां दी जिहड़ी स्वै जीवनी आ, उस तो बाद मेरी जीवन पटारी चों ये भी उन्हां दी लगभग स्वै जीवनी आ। नावलों दीयां भूमिकावां दे विच भी उन्होंने अपने बाबत अपनी नावलकारी बारे चर्चा की आ ते फुटकल लेखां दे विच भी उन्होंने कुछ ना कुछ गल्लां जिहड़ियां ने वो साझियां कीतियां ने। मेरी दुनिया स्वै जीवनी नूं आपां ਸਾਹਿਤਕ स्वै जीवनी का नाम दिंदे आ, जिहदे विच दसदा बंदा लेखक दसदा कि मैं ਸਾਹਿਤ के खेत्र में किहड़ियां मल्लां मारियां ने, किवें किवें मैं लिखदा आ, की लिखिया आ ते किहड़ी रचना का आधार की हुंदा आ, उहनूं कहंदे ਸਾਹਿਤਕ स्वै जीवनी। ठीक है जी। तो पहला एडिशन 1949 ਦੇ ਵਿੱਚ ਇਹਦਾ ਪ੍ਰਕਾਸ਼ਿਤ ਹੋਇਆ ਸੀ। चौथा एडिशन 1959 5/9 ਦੇ ਵਿੱਚ ਛਪਿਆ ਇਹਦਾ। ठीक है जी। ਤੇ ਨਾਵਲਕਾਰ ਇਸ ਵਿੱਚ ਆਪਣੀ ਉਮਰ ਦੇ ਲਗਭਗ 62 ਸਾਲਾਂ ਦੇ ਜੀਵਨ ਦੀਆਂ ਘਟਨਾਵਾਂ ਜਿਹੜੀਆਂ ਬੜੀਆਂ ਮਹੱਤਵਪੂਰਨ ਘਟਨਾਵਾਂ ਨੇ ਉਹਨਾਂ ਨੂੰ ਪੇਸ਼ ਕਰਦਾ ਹੈ। ठीक है जी। तो पहले संस्करण तो बाद चौथे संस्करण तक आउंदियां आउंदियां इस स्वै जीवनी नानक सिंह ने अपडेट भी किया होगा। पहला वो एक तरह की पूर्ण या संपूर्ण स्वै जीवनी नहीं सी, बाद में अपडेटेड करदा करदा 1959 तक चौथा एडिशन जो छपदा आ तो 62 साल दी घटनावां जिहड़ियां ने उहदे विच अपडेट हुंदियां सानूं मिलदियां ने। नावलकार नानक सिंह इस स्वै जीवनी ਦੇ ਵਿੱਚ 20ਵੀਂ सदी के पहले 60 ਵਰਿਆਂ ਦੇ ਪੰਜਾਬ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਬਾਰੇ ਮਹੱਤਵਪੂਰਨ ਟਿੱਪਣੀਆਂ ਕਰਦਾ ਨਜ਼ਰ ਆਉਂਦਾ ਆ। मतलब कि ਇਹਦੇ ਵਿੱਚ ਸਮਾਜਿਕ ਤੇ ਸੱਭਿਆਚਾਰਕ ਪ੍ਰਸਥਿਤੀਆਂ ਬਾਰੇ ਸਾਨੂੰ ਬੜੀਆਂ ਕੰਮ ਦੀਆਂ ਲਾਹੇਵੰਦ ਟਿੱਪਣੀਆਂ ਮਿਲਦੀਆਂ ਆ। ਤੇ ਇਸ ਵਿੱਚ ਨਾਨਕ ਸਿੰਘ ਨਾਵਲਕਾਰ ਦੇ ਵੇਲੇ ਦੀਆਂ ਅਹਿਮ तारीखी घटनावां का बयान भी सानू मिलता आ, जिमें कि अकाली पार्टी वालों चलाए गए धार्मिक मोर्चे की गल होगी, या फिर हिंद पाक की वंड जिन्हों आपां लकीर का दुखांत कहने आ, भारत पाकिस्तान की वंड की गल करते हैं उसका जिक्र हो गया। मजहबी जनून की गल हो गई, प्रीत नगर में बिताए दिनों की गल हो गई, फिरका परस्ती का जहर भरिया माहौल जिहड़ा आद वख-वख नुकते जिहड़े ने इन्हां दे विच्चों सानू इस दी स्वै जीवनी दे विच्चों बा दस्तूर मिलदे ने। ते स्वै जीवनी मेरी दुनिया दे भाग जीवन राहां ते मिले कुछ व्यक्ति दे विच साडा नावलकार नानक सिंह जो ने वो अपनी जिंदगी दे विच मिले प्रमुख उन्हां इंसानां दा जिक्र करदा जिन्हां तो वो मुतासिर होए, प्रभावित होए। सरदार गुरबख्श सिंह प्रीतलड़ी हो गए, चित्रकार शोभा सिंह हो गए, ज्ञानी शेर सिंह हो गए, बलराज साहनी हो गया, उस्ताद रंगा सिंह आदि बारे वो अपनी जानकारी, अपने ज्ञान दीयां गल्लां, अपने दोस्ती, अपने मिलण दीयां गल्लां साडे नाल साझियां करदा आ अपनी इस पुस्तक दे विच। जिहड़ा आ ये लेख लिखदा आ अपनी इस स्वै जीवनी दे विच मेरी जिंदगी का पहला रोमांस। ਇਹਦੇ ਵਿੱਚੋਂ ਸਾਨੂੰ ਔਰਤ ਪ੍ਰਤੀ ਨਾਨਕ ਸਿੰਘ ਦੀ ਸੰਵੇਦਨਾ ਅਤੇ ਸਹਾਨਭੂਤੀ ਨੂੰ ਸਮਝਣ ਵਾਸਤੇ ਇਹ ਲੇਖ ਬੜਾ ਦੁਰਲੱਭ ਅੰਤਰਦ੍ਰਿਸ਼ਟੀਆਂ ਜਟਾਉਂਦਾ ਜਾਂ ਪੇਸ਼ ਕਰਦਾ ਸਾਨੂੰ ਨਜ਼ਰ ਆਉਂਦਾ ਆ। ਇਸ ਕਰਕੇ ਮੇਰੀ ਜ਼ਿੰਦਗੀ ਦਾ ਪਹਿਲਾ ਰੋਮਾਂਸ ਨਾਨਕ ਸਿੰਘ ਦੀ ਸਵੈ ਜੀਵਨੀ ਦਾ ਇੱਕ ਭਾਗ ਜਿਹੜਾ ਆ, ਇੱਕ ਲੇਖ ਜਿਹੜਾ ਆ, ਇਹ ਬੜਾ ਅਹਿਮ ਆ। ਇਸ ਤੋਂ ਅੱਗੇ ਤੁਰਦੇ ਆ ਮੇਰੀ ਜੀਵਨ ਪਟਾਰੀ ਚੋਂ। ਇਸ ਪੁਸਤਕ ਦੇ ਵਿੱਚ ਵੀ ਨਾਨਕ ਸਿੰਘ ਦੀ ਜੀਵਨੀ ਦੀਆਂ स्वै जीवनी का झलकारा सानू पैंदा आ। इस विच वो लेख शामिल हैं जिहड़े लोक साहित, नानक सिंह दी मैगजीन का नाम सी लोक साहित, विच मेरी जीवन पटारी सिरलेख अधीन जनवरी 1951 तो लैके नवंबर 1956 दौरान छपे सी। ये मैगजीन में छपे लेखां की तरतीब लड़ी दे विचों सारे लेख चक के मेरी जीवन पटारी चों पुस्तक छापी जाती आ, जिन्हों संपादित किया सी डॉक्टर करतार सिंह सूरी ने। ये नानक सिंह के पुत्र का नाम आ। ठीक है जी। तो इस विच कुछ यादां अते
ਵਿਅਕਤੀ ਚਿੱਤਰਾਂ ਦੇ ਨਾਲ ਨਾਨਕ ਸਿੰਘ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਵੀ ਕਾਫੀ ਕੁਝ ਨਵਾਂ ਦੱਸਿਆ ਸੀ। ਉਹ ਕਿਵੇਂ ਲਿਖਦੇ ਨੇ, ਉਹਨਾਂ ਦੇ ਲਿਖਣ ਦਾ ਆਧਾਰ ਕੀ ਆ, ਇਹ ਗੱਲਾਂ ਜਿਹੜੀਆਂ ਨੇ ਇਹਦੇ ਵਿੱਚ ਉਹਨਾਂ ਨੇ ਕੀਤੀਆਂ ਨੇ। ਮੈਂ ਕਿਵੇਂ ਲਿਖਦਾ ਹਾਂ, ਇਹ ਲੇਖ ਉਹਨਾਂ ਦਾ ਬੜਾ ਪ੍ਰਮੁੱਖ ਹੋਇਆ ਆ, ਉਹ ਇਸੇ ਕਿਤਾਬ ਦੇ ਵਿੱਚ ਆ। ਉਹ ਦੱਸਦੇ ਆ ਕਿ ਆਮ ਤੌਰ ਤੇ ਨਾਨਕ ਸਿੰਘ ਆਪਣੇ ਨਾਵਲ ਦੇ 3 ਡਰਾਫਟ ਤਿਆਰ ਕਰਦੇ ਹੁੰਦੇ ਸੀ। 3 ਡਰਾਫਟ, 3 ਪਰਤਾਂ ਕਹਿ ਲਓ ਤੁਸੀਂ। ਪਹਿਲਾ ਡਰਾਫਟ ਤਿਆਰ ਕਰਨ ਸਮੇਂ ਰਚਨਾ ਦੇ ਆਵੇਸ਼ ਵਿੱਚ ਵੀ ਜਿਵੇਂ ਰਚਨਾ ਉਹਨਾਂ ਨੂੰ ਆਮਦ ਹੁੰਦੀ ਆ ਉਸੇ ਤਰ੍ਹਾਂ ਲਿਖ ਲੈਂਦੇ ਆ। ਲੇਖਕ ਲਗਭਗ ਨੀਮ ਬੇਹੋਸ਼ੀ ਦੀ ਅਵਸਥਾ ਵਿੱਚ ਹੁੰਦਾ ਹੈ। ਦੂਜਾ ਡਰਾਫਟ ਤਿਆਰ ਕਰਨ ਸਮੇਂ ਲੇਖਕ ਕਹਾਣੀ ਦੇ ਮੋੜਾਂ ਤੋੜਾਂ, ਪਲਾਟ ਦੀ ਬਣਤਰ, ਪਲਾਟ ਨੂੰ ਗੋਂਦ ਵੀ ਕਹਿੰਦੇ ਆ, ਕਥਾਨਕ ਵੀ ਕਹਿ ਦਿੰਦੇ ਆ, ਅਤੇ ਪਾਤਰਾਂ ਦੇ ਸੁਭਾਅ ਵੱਲ ਧਿਆਨ ਦਿੰਦਾ ਹੈ। ਇਸੇ ਤਰ੍ਹਾਂ ਹੀ ਤੀਜੇ ਡਰਾਫਟ ਸਮੇਂ ਨਾਨਕ ਸਿੰਘ ਨਾਵਲ ਦੇ ਸਮੁੱਚੇ ਪੈਟਰਨ ਅਤੇ ਵਿਚਾਰਧਾਰਾ ਦੇ ਸੰਤੁਲਨ ਬਾਰੇ ਵੀ ਚੇਤਨ ਰਹਿੰਦਾ ਹੈ। ਤੇ ਕਈ ਵਾਰ ਤੀਸਰੇ ਡਰਾਫਟ ਦੀ ਤਿਆਰੀ ਸਮੇਂ ਨਾਨਕ ਸਿੰਘ ਨੂੰ ਬਹੁਤ ਕੁਝ ਨਵੇਂ ਸਿਰਿਓਂ ਵੀ ਲਿਖਣਾ ਪੈਂਦਾ ਹੈ। ਇਹ ਬਹੁਤ ਅਹਿਮ ਗੱਲ ਸੀ ਕਿਉਂਕਿ ਨਾਨਕ ਸਿੰਘ ਨਾਵਲਕਾਰ ਬੜੇ ਵੱਡੇ ਹੋਏ ਨੇ, ਪੰਜਾਬੀ ਨਾਵਲ ਦੇ ਪਿਤਾਮਾ ਕਿਹਾ ਜਾਂਦਾ ਆ। ਇਸ ਕਰਕੇ ਉਹਨਾਂ ਦੀਆਂ ਜਿਹੜੀ ਸਵੈ ਜੀਵਨੀ ਆ ਉਹ ਸਾਨੂੰ ਬਹੁਤ ਕੁਝ ਵਾਕਫੀਅਤ ਕਰਵਾਉਂਦੀ ਆ। ਅੱਗੇ ਤੁਰਦੇ ਆ ਜੀ, ਸਾਡੇ ਕੋਲ ਅਗਲੇ ਲੇਖਕ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਜੀ। ਪ੍ਰੀਤ ਨਗਰ ਵਸਾਉਣ ਵਾਲੇ, ਪ੍ਰੀਤ ਲੜੀ ਮੈਗਜ਼ੀਨ ਨੂੰ ਸ਼ੁਰੂ ਕਰਨ ਵਾਲੇ। ਤੇ ਆਓ ਆਪਾਂ ਇਹਨਾਂ ਦੀਆਂ 3 ਸਵੈ ਜੀਵਨੀਆਂ ਮਿਲਦੀਆਂ ਨੇ, ਜਾਂ ਕਹਿ ਲਓ ਕਿ ਇਹਨਾਂ ਦੀ ਸਵੈ ਜੀਵਨੀ ਦੇ 3 ਭਾਗ ਮਿਲਦੇ ਆ। ਪਹਿਲਾ ਭਾਗ ਮੇਰੀ ਜੀਵਨ ਕਹਾਣੀ 1959 5/9 ਦੇ ਵਿੱਚ ਛਪਿਆ ਸੀ। ਦੂਜਾ ਭਾਗ ਮੰਜ਼ਿਲ ਦਿਸ ਪਈ 1964 ਦੇ ਵਿੱਚ ਛਪਿਆ ਸੀ। ਤੀਜਾ ਭਾਗ ਮੇਰੀ ਜੀਵਨ ਕਹਾਣੀ 1978 ਦੇ ਵਿੱਚ ਇਹਨਾਂ ਦੀ ਸਵੈ ਜੀਵਨੀ ਦੀ ਤੀਜੀ ਪੁਸਤਕ ਛਪੀ ਸੀ। ਠੀਕ ਹੈ ਜੀ, ਹੁਣ ਤੁਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ 3 ਸਵੈ ਜੀਵਨੀਆਂ ਨੂੰ ਨੋਟ ਕਰ। ਮੇਰੀ ਜੀਵਨ ਕਹਾਣੀ 1959 ਦੇ ਵਿੱਚ ਜਿਹੜੀ ਪ੍ਰੀਤਲੜੀ ਦੀ ਸਵੈ ਜੀਵਨੀ ਅੰਸ਼ ਛਪਿਆ ਸੀਗਾ, ਇਹ 1895 ਤੋਂ ਲੈ ਕੇ 1924 ਤੱਕ ਦੀਆਂ ਉਹਦੀਆਂ ਯਾਦਾਂ ਦਾ ਸੰਗ੍ਰਹਿ ਆ। ਠੀਕ ਹੈ ਜੀ, ਉਹਦੀ ਜ਼ਿੰਦਗੀ ਦੇ 1895 ਈਸਵੀ ਤੋਂ 1924 ਦੌਰਾਨ ਜੋ ਉਹਨਾਂ ਨੇ ਜ਼ਿੰਦਗੀ ਆਪਣੀ ਜੀਵੀ ਆ, ਉਹਨਾਂ ਉਸ ਜ਼ਿੰਦਗੀ ਨੂੰ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ ਆ, ਪੇਸ਼ ਕੀਤਾ ਆ। ਤੇ ਮੰਜ਼ਿਲ ਦਿਸ ਪਈ ਜਿਹੜੀ 1964 ਵਿੱਚ ਪ੍ਰਕਾਸ਼ਿਤ ਹੋਈ ਸੀ, ਇਹ 1924 ਤੋਂ ਲੈ ਕੇ 1947 ਦੇਸ਼ ਵੰਡ ਤੱਕ ਦੇ ਸਮੇਂ ਨੂੰ ਤੇ ਉਸ ਸਮੇਂ ਦੇ ਹਾਲਾਤ ਨੂੰ ਬਿਆਨ ਕਰਦੀ ਆ। ਇਸੇ ਤਰ੍ਹਾਂ ਹੀ ਉਹਦੀ ਤੀਜੀ ਸਵੈ ਜੀਵਨੀ ਦਾ ਜਿਹੜਾ ਭਾਗ ਆ 1978 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ, ਮੇਰੀ ਜੀਵਨ ਕਹਾਣੀ। ਤੀਜਾ ਭਾਗ ਕਹਿ ਸਕਦੇ ਉਹਨਾਂ ਦੀ ਸਵੈ ਜੀਵਨੀ ਦਾ, ਇਹ 1947 ਵੰਡ ਤੋਂ ਲੈ ਕੇ 1960 ਈਸਵੀ ਤੱਕ ਦੇ ਹਾਲਾਤ ਨੂੰ ਬਿਆਨ ਕਰਦਾ ਆ। ਇਹਦੇ ਵਿੱਚ ਦਰਜ ਹੋਏ ਸਾਨੂੰ ਮਿਲਦੇ ਆ। ਠੀਕ ਹੈ ਜੀ, ਤੇ ਮੇਰੀ ਜੀਵਨ ਕਹਾਣੀ ਦੀ ਭੂਮਿਕਾ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਨੂੰ ਆਪਣੀ ਹੀ ਨਹੀਂ ਸਗੋਂ ਹੋਰਨਾਂ ਚੰਗਿਆਂ ਦੀ ਕਹਾਣੀ ਵੀ ਦੱਸਦਾ ਆ। ਕਥਨ ਪੜ੍ਹਦੇ ਆ ਆਪਾਂ ਉਸ ਦਾ। ਦੇਖੋ ਜੀ, ਮੇਰੀ ਜੀਵਨ ਕਹਾਣੀ ਦੇ ਵਿੱਚ ਉਹ ਲਿਖਦੇ ਨੇ, ਹੂਬਹੂ ਮੈਂ ਪੜ੍ਹਨ ਲੱਗਾ, ਨੋਟ ਕਰਿਓ। ਆਪਣੀ ਜੀਵਨ ਕਹਾਣੀ ਲਿਖਣ ਦੀ ਗੁਸਤਾਖੀ ਮੈਂ ਕਦੇ ਨਾ ਕਰ ਸਕਦਾ ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ। ਮੇਰੇ ਆਪਣੇ ਪਾਸਿਓਂ ਇਹ ਨਾ ਤਾਂ ਅਸਾਧਾਰਨ ਯੋਗਤਾ ਦੀ ਕਹਾਣੀ ਹੈ ਤੇ ਨਾ ਵਿਰਸੇ ਦੀ ਤੇ ਨਾ ਕਿਸੇ ਨਮੂਨੇ ਦੀ ਨੇਕੀ ਦੀ। ਠੀਕ ਹੈ ਜੀ, ਇਹਨਾਂ ਚੰਗੇ ਲਈ ਪ੍ਰੇਰ ਸਕਣ ਵਾਲੇ ਲੋਕਾਂ ਦੀ ਗੱਲ ਤੁਹਾਨੂੰ ਸੁਣਾਉਣ ਲਈ ਮੈਂ ਇਹ ਕਹਾਣੀ ਲਿਖੀ ਹੈ। ਇਹਦੇ ਵਿੱਚ ਮੈਂ ਸਿਰਫ ਕਹਾਣੀਕਾਰ ਹੀ ਹਾਂ। ਠੀਕ ਹੈ ਜੀ, ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਕਹਿ ਰਹੇ ਨੇ। ਆਪਣੇ ਕਿਸੇ ਪਾਤਰ ਕੋਲੋਂ ਕਿਤੇ ਕਿਤੇ ਮੈਂ ਆਪਣੀ ਤਾਰੀਫ ਦੇ ਸ਼ਬਦ ਅਖਵਾ ਲੈਣ ਦੀ ਖੁੱਲ੍ਹ ਲੈ ਲਈ ਹੈ। ਇਹ ਕਥਨ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਮੇਰੀ ਜੀਵਨ ਕਹਾਣੀ ਦਾ ਵਿੱਚ ਦਰਜ ਆ, ਉੱਥੋਂ ਆਪਾਂ ਲਿਆ ਆ। ਤੇ ਜਿਸ ਵਿੱਚ ਉਸ ਦਾ ਅਨੁਭਵ, ਚੇਤਨਾ, ਗਿਆਨ ਤੇ ਸ਼ੈਲੀ ਇੱਕਦਮ ਵਿਰਾਟ ਅਰਥ ਧਾਰਨ ਕਰ ਗਏ ਹਨ। ਉਹ ਪ੍ਰੀਤਲੜੀ ਦੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ ਹੀ ਹੈ। ਇਹ ਕਥਨ ਵੀ ਤੁਸੀਂ ਨੋਟ ਕਰ ਲਵੋ, ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਲਿਖਿਆ ਹੋਇਆ ਆ। ਠੀਕ ਹੈ ਜੀ, ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੇ ਉਹਨਾਂ ਬਾਬਤ ਇਹ ਆਪਣਾ ਕਥਨ ਪੇਸ਼ ਕੀਤਾ, ਦਰਜ ਕੀਤਾ ਆਪਣੀ ਪੁਸਤਕ ਦੇ ਵਿੱਚ।
ਠੀਕ ਹੈ ਜੀ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਦੇ ਵਿੱਚ। ਹੁਣ ਆਪਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਅਤੇ ਡਾਕਟਰ ਪਰਮਿੰਦਰ ਸਿੰਘ ਦੇ ਅਨੁਸਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਬਾਰੇ ਇੱਕ ਕਥਨ ਹੋਰ ਪੜ੍ਹਨਾ ਬੜਾ ਜ਼ਰੂਰੀ ਆ। ਬਹੁਤ ਵਾਰ ਪੇਪਰਾਂ ਦੇ ਵਿੱਚ ਇਹਦਾ ਜ਼ਿਕਰ ਜਿਹੜਾ ਆ ਉਹ ਆਇਆ ਆ। ਲਿਖਦੇ ਨੇ, ਗੁਰਬਖਸ਼ ਸਿੰਘ ਨੇ ਪਹਿਲੀ ਵਾਰ ਆਪਣੇ ਅੰਦਰਲੇ ਸੂਖਮ ਆਪੇ ਦੀ ਸੁਹਿਰਦ ਹੋ ਕੇ ਸੁੰਦਰ ਕਲਾਤਮਕ ਰੂਪ ਵਿੱਚ ਸੰਪੂਰਨ ਝਲਕ ਵਿਖਾਈ ਹੈ। ਉਸਨੇ ਆਪਣੇ ਨਿੱਜੀ ਜੀਵਨ ਨਾਲ ਸੰਬੰਧਿਤ ਅਨੇਕਾਂ ਘਟਨਾਵਾਂ ਨੂੰ ਆਪਣੀਆਂ ਕਹਾਣੀਆਂ ਤੇ ਲਿਖਤਾਂ ਵਿੱਚ ਬਿਆਨਿਆ ਸੀ, ਪਰ ਉੱਥੇ ਸ਼ੰਕਾ ਇਹ ਬਣਿਆ ਰਹਿੰਦਾ ਹੈ ਕਿ ਇਹ ਗੁਰਬਖਸ਼ ਸਿੰਘ ਦੀ ਮਨੋ ਕਲਪਨਾ ਹੀ ਹੈ, ਵਾਸਤਵਿਕ ਤੱਥ ਨਹੀਂ। ਪਰ ਅੱਗੇ ਕੀ ਕਹਿੰਦੇ ਆ, ਇਸ ਰਚਨਾ ਦੇ ਛਪਣ ਮਗਰੋਂ ਉਹ ਰਚਨਾਵਾਂ ਜਿਨ੍ਹਾਂ ਵਿੱਚ ਗੁਰਬਖਸ਼ ਸਿੰਘ ਬੜਾ ਨੇੜੇ ਸੀ ਤੇ ਉਸ ਦਾ ਆਪਾ ਘੁਲਿਆ ਹੋਇਆ ਹੁੰਦਾ ਸੀ, ਹੁਣ ਵਾਸਤਵਿਕ ਅਰਥ ਗ੍ਰਹਿਣ ਕਰ ਗਈਆਂ ਹਨ। ਹਵਾਲਾ ਕਿੱਥੋਂ ਲਿਆ ਆਪਾਂ, ਇਹ ਕਥਨ ਹੈਗਾ ਆ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਦਾ। ਕਿਤਾਬ ਦਾ ਨਾਮ ਨੋਟ ਕਰੋ ਜੀ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ ਨੰਬਰ 664। ਪ੍ਰਕਾਸ਼ਨ ਇਹਨਾਂ ਦਾ ਸੀਗਾ ਲਾਹੌਰ ਬੁੱਕਸ ਲੁਧਿਆਣਾ, ਐਡੀਸ਼ਨ 16ਵਾਂ ਤੇ 2015 ਦੇ ਵਿੱਚ ਇਹ ਕਿਤਾਬ ਛਪੀ ਸੀ, ਜਿਹਦੇ ਵਿੱਚੋਂ ਆਪਾਂ ਇਹ ਕਥਨ ਲਿਆ ਆ। ਹੁਣ ਇਹਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਕਹਿ ਰਹੇ ਨੇ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਵੱਖ-ਵੱਖ ਰਚਨਾਵਾਂ ਦੇ ਵਿੱਚੋਂ ਉਹਦੇ ਆਪੇ ਦਾ ਝਲਕਾਰਾ ਪੈਂਦਾ ਸੀ, ਪਰ ਪਹਿਲਾਂ ਅਸੀਂ ਉਹਨੂੰ ਮੰਨ ਨਹੀਂ ਸਕਦੇ ਸੀ। ਕਾਰਨ ਕੀ ਸੀਗਾ ਕਿ ਹੋ ਸਕਦਾ ਹੈ ਕਿ ਉਹਦੀ ਇਹ ਕਲਪਨਾ ਹੋਵੇ, ਪਰ ਜਦੋਂ ਉਸਦੀ ਸਵੈ ਜੀਵਨੀ ਛਪ ਗਈ ਤਾਂ ਸਾਨੂੰ ਇਹ ਸਪਸ਼ਟ ਹੋ ਗਿਆ ਕਿ ਹਾਂ, ਇਹ ਉਸਦੀ ਜੀਵਨ ਦੀ ਜਿਹੜੀ ਜ਼ਿੰਦਗੀ ਦੀ ਘੋਲ ਦੇ ਵਿੱਚੋਂ ਜਾਂ ਉਹਦੀ ਜ਼ਿੰਦਗੀ ਦਾ ਹਿੱਸਾ ਹੀ ਇਹ ਰਚਨਾਵਾਂ ਦੇ ਵਿੱਚ ਘੁਲਿਆ ਪਿਆ ਆ। ਇਹ ਗੱਲ ਉਹਨਾਂ ਨੇ ਆਪਣੇ ਕਥਨ ਦੇ ਵਿੱਚ ਕਹੀ। ਹੁਣ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਸਵੈ ਜੀਵਨੀ ਦਾ ਦੂਜਾ ਭਾਗ ਪਹਿਲੇ ਭਾਗ ਦਾ ਤੋੜ ਆਖ ਸਕਦੇ ਹਾਂ। ਮੰਜ਼ਲ ਦਿਸ ਪਈ ਪਹਿਲੇ ਭਾਗ ਦਾ ਵਿਸਥਾਰ ਹੀ ਹੈ, ਠੀਕ ਹੈ ਜੀ। ਤੇ ਮੇਰੀਆਂ ਅਭੁੱਲ ਯਾਦਾਂ ਨਾਮਕ ਕਿਤਾਬ ਵਿੱਚ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਦੀ ਝਲਕ ਵੇਖੀ ਜਾ ਸਕਦੀ ਆ। ਮੇਰੀਆਂ ਅਭੁੱਲ ਯਾਦਾਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਯਾਦਾਂ ਨੂੰ ਪੇਸ਼ ਕੀਤਾ ਆ, ਇਸ ਕਰਕੇ ਉਹ ਵੀ ਸਵੈ ਜੀਵਨੀ ਦਾ ਅੰਸ਼ ਮੰਨਿਆ ਜਾ ਸਕਦਾ ਆ। ਪ੍ਰੀਤਲੜੀ ਦੀ ਸਵੈ ਜੀਵਨੀ ਤੇ ਪ੍ਰਕਾਸ਼ ਪਾਉਣ ਵਾਲੀ ਇੱਕ ਹੋਰ ਕਿਤਾਬ ਜੀਤਾਂ ਦੇ ਨਾਂ ਲਿਖੀਆਂ ਚਿੱਠੀਆਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ ਹੈ। ਹੁਣ ਇਹ ਅਹਿਮ ਕਿਉਂ ਆ, ਨੋਟ ਕਰੋ ਨੁਕਤਾ। ਪ੍ਰੀਤਲੜੀ ਦੇ ਜੀਵਨ ਦੇ ਅਮਰੀਕਾ ਦੇ ਪ੍ਰਵਾਸ ਦੇ ਸਮੇਂ ਨੂੰ ਸਮਝਣ ਲਈ ਇਹ ਪੁਸਤਕ ਬੜੀ ਲਾਹੇਵੰਦ ਆ। ਜੀਤਾਂ ਦੇ ਨਾਂ, ਇਹਦੇ ਵਿੱਚ ਉਹਨਾਂ ਨੇ ਆਪਣੀ ਪਤਨੀ ਨੂੰ ਪ੍ਰੇਮ ਭਰੇ ਸਾਰਥਕ ਖਤ ਜਾਂ ਕਹਿ ਲਓ ਚਿੱਠੀਆਂ ਲਿਖੀਆਂ ਸੀ ਤੇ ਇਹ ਕਿਤਾਬ ਪ੍ਰਕਾਸ਼ਿਤ ਹੋਈ ਆ। ਇਹ ਵੀ ਬਹੁਤ ਅਹਿਮ ਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਜੋ ਅਮਰੀਕਾ ਦੇ ਵਿੱਚ ਉਹਨਾਂ ਨੇ ਬਿਤਾਈ ਸੀ ਉਸ ਪ੍ਰਵਾਸ ਦੇ ਦਿਨਾਂ ਨੂੰ ਪੇਸ਼ ਕਰਦੀ ਆ। ਤੇ ਪ੍ਰੀਤਲੜੀ ਦੇ ਪਿਆਰ ਸਿਧਾਂਤ ਨੂੰ ਸਾਕਾਰ ਕਰਨ ਵਿੱਚ ਸਹਾਇਕ ਸਿੱਧ ਹੋਏ ਮਾਂ, ਦਾਦੀ, ਭੂਆ, ਭੈਣ ਬਾਲੀ, ਬਰਕਤੇ, ਮੱਖਣੀ, ਮਿਸਿਜ ਰੋਜ਼, ਹੈਲੀਨਾ, ਕਾਰਲੀਨੀਆ ਆਦਿ ਨੇ ਪ੍ਰੀਤਲੜੀ ਨੂੰ ਕਿਸੇ ਨਾ ਕਿਸੇ ਜੀਵਨ ਪੜਾਅ ਤੇ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਸਵੈ ਜੀਵਨੀ ਦਾ ਅੰਸ਼ ਦੇ ਵਿੱਚ ਸਪਸ਼ਟ ਹੁੰਦਾ ਹੈ। ਤੇ ਸਵੈ ਜੀਵਨੀ ਦੇ ਲੱਛਣ ਸੰਗਠਨ ਪੱਖੋਂ ਇਹ ਸਵੈ ਜੀਵਨੀ ਕੁਝ ਕਮਜ਼ੋਰ ਮੰਨੀ ਜਾ ਸਕਦੀ ਆ ਜਾਂ ਪ੍ਰਤੀਤ ਹੁੰਦੀ ਆ ਜਾਂ ਮੰਨੀ ਜਾਂਦੀ ਆ। ਇਹ ਨੁਕਤਾ ਜਿਹੜਾ ਆ ਇਸ ਪੱਖੋਂ ਇਹ ਸਵੈ ਜੀਵਨੀ ਕਿਤੇ ਨਾ ਕਿਤੇ ਆਣ ਕੇ ਡਾਵਾਂਡੋਲ ਹੁੰਦੀ ਆ ਸਾਹਿਤਕ ਸਵੈ ਜੀਵਨੀ ਦੇ ਪੱਖ ਤੋਂ। ਆਪਾਂ ਇਹਨਾਂ ਨੁਕਤਿਆਂ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਅਗਲੇ ਲੈਕਚਰ ਦੇ ਵਿੱਚ ਤੀਜੇ ਭਾਗ ਸਵੈ ਜੀਵਨੀਆਂ ਦੇ ਵਿੱਚ ਆਪਾਂ ਕੁਝ ਸਵੈ ਜੀਵਨੀਆਂ ਦਾ ਜ਼ਿਕਰ ਕਰਾਂਗੇ, ਉਹਨਾਂ ਦਾ ਵਿਸਥਾਰ ਉਸ ਤੋਂ ਬਾਅਦ ਆਪਾਂ ਪੜਾਂਗੇ। ਤੁਸੀਂ ਨੋਟ ਕਰਦੇ ਜਾਓ, ਜਿੱਥੇ ਕਿਤੇ ਡਾਊਟ ਆ ਡਾਊਟ ਸੈਸ਼ਨ ਵਿੱਚ ਭਾਗ ਲਵੋ, ਕਮੈਂਟ ਕਰਕੇ ਵੀ ਤੁਸੀਂ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ। ਚੜ੍ਹਦੀ ਕਲਾ ਵਿੱਚ ਰਹੋ, ਸ਼ੇਅਰ ਕਰ ਦਿਆ ਕਰੋ, ਆਪਣੇ ਕਮੈਂਟ ਦਿਆ ਕਰੋ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।